अस्सलाम वालेकुम जनाब। प्रोग्राम ਹੁੰਗਾਰਾ ਲੈ ਕੇ ਤਾਹਿਰ ਅਹਿਮਦ ਪੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਆਇਆ ਮੈਂ ਸੱਪਾਂ ਸ਼ੂਕਦਿਆਂ ਦੇ ਵਿੱਚੋਂ ਲੰਘ ਕੇ ਹੀ ਆ ਕਿ ਚੰਗਾ ਭਲਾ ਪ੍ਰੋਗਰਾਮ ਸੀ ਤੁਹਾਡੇ ਨਾਲ ਬੋਲੀਆਂ ਦੇ ਹਵਾਲੇ ਨਾਲ ਗੱਲ ਕੀਤੀ ਸੀ ਜਾਂਦੀ ਵਾਰੀ ਪਿਛਲੇ ਪ੍ਰੋਗਰਾਮ ਵਿੱਚ ਕਿ ਅਗਲੇ ਪ੍ਰੋਗਰਾਮ 'ਚ ਬੋਲੀਆਂ ਦੀ ਪਰਾਤ ਭਰ ਕੇ ਲਿਆਵਾਂ। ਤਾਂ ਪਰਾਤ ਤੇ ਬਾਹਰਲ ਮੈਂ ਭਰ ਹੀ ਲਿਆਂਦੀ ਹੈ, ਫਿਰ ਵੀ ਔਖੇ ਸੌਖੇ ਹੋ ਕੇ, ਪਰ ਰਾਹ 'ਚ ਬੜਾ ਔਖਾ ਟੋਏ ਟਿੱਬੇ ਵੀ ਸਨ ਤੇ ਸ਼ੂਕਦਿਆਂ ਸੱਪਾਂ 'ਚੋਂ ਲੰਘ ਕੇ ਤੇ ਇਹ ਖੂਬਸੂਰਤ ਗੁਫ਼ਤਗੂ ਜਿਹੜੀ ਸੀ ਉਹਨੂੰ ਬਚਾ ਕੇ ਉਹਦਾ ਜ਼ਾਇਕਾ ਬਚਾਉਣਾ ਬੜਾ ਔਖਾ ਕੰਮ ਹੋ ਗਿਆ। ਔਰ ਇਹ ਸਾਡੇ ਪਾਕਿਸਤਾਨ ਦੇ ਜਿਹਨੂੰ ਦੋਸਤ ਪੁੱਛਦੇ ਨੇ ਨਾ ਵੀ ਹਾਲਾਤ ਤੇ ਕੀ ਬਣੇਗਾ, ਕੀ ਹੁੰਦਾ ਪਿਆ, ਅਸੀਂ ਇਹ ਜਾਣਦੇ ਹਾਂ ਕਿ ਯਾਰ ਉਹਨਾਂ ਸਾਡਾ ਮਜ਼ਹਬੀ ਤਫਰਕਾਬਾਜ਼ੀ ਜਿਹੜੀ ਉਹਨੇ ਹੋਰ ਤੇ ਕੁਝ ਵਿਗਾੜਨਾ ਜਾਂ ਨਹੀਂ ਵਿਗਾੜਨਾ, ਲੇਕਿਨ ਜਿਹੜੀ ਵਸੇਬ ਦਾ ਰੱਖ ਰਖਾਓ ਸੀ ਨਾ, ਜਾਂ ਵਸੇਬ ਦੇ ਵਿੱਚ ਇੱਕ ਦੂਜੇ ਨਾਲ ਵਰਤਣ ਬੋਲਣ ਗੱਲਬਾਤ ਸੋਹਣੇ ਤਰੀਕੇ ਨਾਲ ਬਹਿਣ ਉੱਠਣ, ਉਹਦਾ ਬੇੜਾ ਰੋੜ ਛੱਡਣਾ ਨੇ ਅੱਗੋਂ ਦਾ ਹੋਰ ਤੇ ਕੋਈ ਬਾਅਦ ਵਿੱਚ ਵਿਗੜੇਗਾ। ਬਾਕੀ ਵੀ ਖੈਰ ਬੜਾ ਕੁਝ ਵਿਗਾੜਿਆ, ਬਹੁਤ ਸਾਰੀਆਂ ਚੀਜ਼ਾਂ ਇਹਦੇ ਨਾਲ ਡਿਸਟਰਬ ਹੋਈਆਂ ਨੇ, ਲੇਕਿਨ ਵਸੇਬ ਦਾ ਚਾਲਾ ਬਾਹਰ ਹਾਲ ਇਹਦੇ ਨਾਲ ਮੁਤਾਸਰ ਹੋ ਰਿਹਾ, ਬੜਾ ਬੁਰੀ ਤਰ੍ਹਾਂ ਮੁਤਾਸਰ ਹੋ ਰਿਹਾ। ਇੱਕ ਗੱਲ ਮੈਂ ਹੋਰ ਪਿਛਲਾ ਪ੍ਰੋਗਰਾਮ ਕਰਦੇ ਹੋਏ ਆਖੀ ਸੀ ਨਾ ਕਿ ਉਹ ਨਿਉਂਦਰੇ ਦਾ ਮੂੰਹ ਵੇਖ ਕੇ ਅਖਾਣ ਸੀ, ਤੇ ਉਹ ਮੈਂ ਅਰਜ਼ ਕੀਤੀ ਸੀ ਕਿ ਜੀ ਅਗਲੇ ਪ੍ਰੋਗਰਾਮ ਵਿੱਚ ਇਹਦੀ ਵਜ਼ਾਹਤ ਕਰਾਂਗੇ। ਉਹ ਇੱਕ ਅਖਾਣ ਇੰਜ ਕਰਕੇ ਨਾ ਕਿ ਉਹ ਪੰਜਾਬ ਪਿੰਡ ਦੇ ਵਿੱਚ ਕਿਸੇ ਕੱਲਾ ਹੀ ਮੁੰਡਾ ਸੀ ਤੇ ਉਹਦਾ ਵਿਆਹ ਕਰਨ ਲੱਗਾ, ਪਿਓ ਉਹਨੂੰ ਆਂਦਾ ਕਿ ਲਾਡਲਾ ਹੋਣਾ ਚੰਗਾ, ਲੂਡਾ ਪੁੱਤਰ ਹੋਵੇ ਦਾ। ਤੇ ਉਸ ਆਖਿਆ ਅੱਬਾ ਮੇਰੇ ਵਿਆਹ ਤੇ ਮੁਜਰਾ ਜ਼ਰੂਰ ਰੱਖਣਾ। ਉਸ ਆਖਿਆ ਪੁੱਤਰ ਨਿਉਂਦਰੇ ਦਾ ਮੂੰਹ ਵੇਖ ਲਈਏ ਤੇ ਫਿਰ ਮੁਜਰੇ ਦਾ ਵੀ ਫੈਸਲਾ ਹੋ ਜਾਏਗਾ ਵੀ ਰੱਖਣਾ ਕਿ ਨਹੀਂ ਰੱਖਣਾ। ਤੈਨੂੰ ਨਿਉਂਦਰਾ ਹੀ ਕੋਈ ਨਾ ਪਾਏ ਤੇ ਮੈਂ ਇੰਜੇ ਉਜੜ ਜਾਵਾਂ ਮੁਜਰੇ ਰੱਖ ਕੇ। ਇਸੇ ਤਰ੍ਹਾਂ ਹੀ ਉਹ ਕੁਛ ਦੋਸਤ ਜਿਸ ਵੇਲੇ ਪ੍ਰੋਗਰਾਮ ਸ਼ੁਰੂ ਹੋਇਆ, ਕਿਸੇ ਆਖਿਆ ਇਹਦਾ ਟਾਈਮ ਜ਼ਿਆਦਾ ਹੋਣਾ ਚਾਹੀਦਾ, ਕਿਸੇ ਆਖਿਆ ਇਹਨੂੰ ਇੱਕ ਦੇ ਦੋ ਬੰਦੇ ਹੋਣੇ ਚਾਹੀਦੇ ਨੇ, ਫਿਰ ਬਾਜ਼ ਦੋਸਤਾਂ ਨੇ ਆਖਿਆ ਕਿ ਇਹਨੂੰ ਘੰਟੇ ਦਾ ਪੂਰੀ ਗੁਫ਼ਤਗੂ ਹੋਵੇ ਤੇ ਚੰਗਾ, ਇਹਦੇ 'ਚ ਮੁਖਤਲਿਫ ਲੋਕਾਂ ਨੂੰ ਔਨਲਾਈਨ ਵੀ ਲਵੋ ਤੇ ਸਾਰੀ। ਮੈਂ ਇਹ ਦੱਸਾਂ ਕਿ ਬਿਲਕੁਲ ਇਹ ਸਾਰੀਆਂ ਗੱਲਾਂ ਹੋ ਸਕਦੀਆਂ ਨੇ, ਲੇਕਿਨ ਤੁਹਾਡੀ ਪਸੰਦ ਔਰ ਇਹਦਾ ਅਸਰ ਨਫੂਜ਼ ਜਾਂ ਕਿੱਥੋਂ ਤੱਕ ਜਾਂਦਾ ਹੈ, ਕਿਵੇਂ ਇਹਨੂੰ ਬੰਦੇ ਪਸੰਦ ਕਰਦੇ ਨੇ, ਇਹ ਸਾਰੀਆਂ ਗੱਲਾਂ ਸਾਹਮਣੇ ਰੱਖ ਕੇ ਤੇ ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਹੈ ਮੇਰੇ ਵੀ ਪਲਾਨ ਵਿੱਚ ਔਰ ਦਿਲ ਇਹ ਵੇ ਕਿ ਪੰਜਾਬੀ ਦੇ ਵਿੱਚ ਹਰ ਗੁਫ਼ਤਗੂ ਹੋ ਸਕਦੀ ਹੈ ਤੇ ਕਿਉਂਕਿ ਮੁਮਕਿਨ ਹੈ। ਔਰ ਦੂਸਰਾ ਇਹਦੇ ਸੁਣਨ ਵਾਲੇ ਜਿਹੜੇ ਨੇ ਉਹਨਾਂ ਨੂੰ ਸਾਰੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਨੇ। ਇਹ ਤਾਂ ਨਹੀਂ ਵੀ ਇਹਨਾਂ ਨੂੰ ਚਾਰ ਢੋਲੇ ਸੁਣਾ ਕੇ ਦੋ ਮਾਈਏ ਸੁਣਾ ਕੇ ਇੱਧਰ ਉੱਧਰ ਦੀਆਂ ਲਾਹੌਰ ਪਿਸ਼ੌਰ ਦੀਆਂ ਗੱਲਾਂ ਕਰਕੇ ਉੱਠ ਜਾਓ। ਕੀ ਹੈ ਜੀ ਇਹਦੇ ਨਤੀਜੇ 'ਚ ਹਰ ਤਰ੍ਹਾਂ ਦਾ ਬੰਦਾ ਇਹਨੂੰ ਸੁਣ ਲੈਦਾ ਵੀ ਹਰ ਤਰ੍ਹਾਂ ਦੇ ਬੰਦੇ ਨੂੰ ਮੂੰਹ ਖੋਰ ਆਇਆ, ਉਹਨੂੰ ਕੀ ਮਸਲਾ ਹੈ, ਇੱਕ ਮਸਲਾ ਸਾਹਮਣੇ ਨਜ਼ਰ ਪਿਆ ਹੁੰਦਾ। ਮੈਂ ਨਾ ਵੀ ਗੱਲ ਕਰਾਂ ਤੇ ਜਿੱਥੇ ਬੰਦੇ ਬੈਠੇ ਨੇ ਉਹ ਕੱਲ ਦੇ ਇਹ ਹੀ ਪੇ ਸੁਣਦੇ ਨੇ, ਵਾ ਫੜ ਲਓ ਬੇ ਕਾਦੀਆਨੀ ਕਾਫਰ ਹੋ ਗਏ ਤੇ ਮਿਰਜ਼ਾਈ। ਉਹ ਟੁਰਦੇ ਜਾਂਦੇ ਢੱਗੇ ਨੂੰ ਸੋਟੀ ਕੱਢ ਮਾਰੀ ਨੇ, ਨਾ ਉਹਨਾਂ ਕੋਈ ਗੱਲ ਕੀਤੀ, ਨਾ ਪੁੱਛਿਆ, ਨਾ ਦੱਸਿਆ, ਨਾ ਗੱਲ ਕੀਤੀ, ਨਾ ਉਹਨਾਂ ਕੋਈ ਮੁਤਾਲਬਾ ਉਹਨਾਂ ਦਾ। ਤੇ ਇੱਕ ਪਾਸੋਂ ਉਹਨਾਂ ਨੇ ਪਹਿਲਾਂ ਖਬਰ ਦਿੱਤੀ, ਦੂਜੇ ਪਾਸੋਂ ਸਾਰੇ ਮਤਲਬ ਵੇਖੋ ਤੇ ਸਹੀ ਵੀ ਇਹ ਚੰਗੇ ਭਲੇ ਇਹਨਾਂ ਦੇ ਕੈਰੀਅਰ ਨੇ, ਸ਼ੁਜਾਅਤ ਹੁਣ ਵਜ਼ੀਰ ਆਜ਼ਮ ਤੱਕ ਹੋ ਮੁੜਿਆ, ਵਜ਼ੀਰ ਦਾਖਲਾ ਰਹੇ ਨੇ, ਉਹ ਅੱਗੋਂ ਉਮਰ ਵੇਖੋ ਕਿੱਥੇ ਤੱਕ ਅੱਪੜ ਗਏ। ਚਲੋ ਪਰਵੇਜ਼ ਇਲਾਹੀ ਨੂੰ ਮਤਲਬ ਵਜ਼ਾਰਤ ਆਲਾ ਤੱਕ ਆਰਸ਼ਾ ਵੇਖ ਲਈ, ਏਡੇ ਤੇ ਅੰਨੇ ਨਹੀਂ ਨਾ ਵੀ ਇਹਨਾਂ ਨੂੰ ਪਤਾ ਹੀ ਕੋਈ ਨਹੀਂ, ਜਾਂ ਇਹਨਾਂ ਨੂੰ ਅੱਜ ਪਤਾ ਲੱਗਿਆ ਵੀ ਜਮਾਤ ਅਹਿਮਦੀਆ ਕਿੱਥੋਂ ਆਈ ਹੈ। ਸਾਰੇ ਗੁਜਰਾਤ ਅੱਗੇ ਪਿੱਛੇ ਹਰ ਥਾਂ ਤੇ ਮੌਜੂਦ ਨੇ। ਇਹਨਾਂ ਦੀ ਆਪਣੀ ਅੱਧੀ ਬਰਾਦਰੀ ਜਿਹੜੀ ਉਹ ਆਂਦੀ ਹੁੰਦੀ ਹੈ ਤੇ ਉਹ ਆਂਦੇ ਨੇ ਪਿੱਟਦੇ ਫਿਰਦੇ ਨੇ। ਚਲੋ ਜੀ ਇਤਜ਼ਾਜ਼ ਨੇ ਕਮ ਅਜ਼ ਕਮ ਇੰਨੀ ਗੱਲ ਜ਼ਰੂਰ ਕੀਤੀ ਹੋ ਸਕੇ ਮੇਰੇ ਆਪਣੇ ਰਿਸ਼ਤੇਦਾਰ ਅਹਿਮਦੀ ਨੇ ਤੇ ਅਰਸਾ ਦਰਾਜ਼ ਤੋਂ ਨੇ। ਜਦੋਂ ਲੋਕੀ ਹੁੰਦੇ ਨੇ ਮੌਜੂਦ ਨੇ, ਉਹ ਬੈਠੇ ਨੇ ਆਪਣੇ ਘਰ, ਸਿਰਫ ਉਹਨਾਂ ਦਾ ਇੱਕੋ ਕਸੂਰ ਹੈ, ਉਹ ਤੁਹਾਨੂੰ ਆਂਦੇ ਕੁਝ ਨਹੀਂ, ਗੱਲ ਤੇ ਜਲੂਸ ਹੜਤਾਲਾਂ, ਸਾਨੂੰ ਆਹ ਹੱਕ ਦਿਓ, ਸਾਨੂੰ ਉਹ ਹੱਕ ਦਿਓ। ਉਹਦੀ ਵੀ ਇੱਕ ਵਜ੍ਹਾ, ਜੇ ਉਹ ਹਕੂਮਤ ਜਾਂ ਇਹ ਤੁਸੀਂ ਉਹਨਾਂ ਦੇ ਖੁਦਾ ਹੁੰਦੇ ਤਾਂ ਤੁਹਾਡੇ ਕੋਲ ਜ਼ਰੂਰ ਮੰਗਦੇ। ਉਹਨਾਂ ਦਾ ਖੁਦਾ ਕਾਇਨਾਤ ਦਾ ਖੁਦਾ ਹੈ। ਅੱਗੇ ਦੁਨੀਆ ਦੇ ਵਿੱਚ ਤਾਰੀਖ ਦੇ ਬੰਦੇ ਜਾਣਦੇ ਨੇ ਕਿ ਜਿਨ੍ਹਾਂ ਰੱਬ ਤੇ ਰੱਖੀਆਂ ਨੇ ਉਹਨਾਂ ਨੂੰ ਅੱਲਾਹ ਤਾਲਾ ਨੇ ਕਦੀ ਮਾਯੂਸ ਨਹੀਂ ਕੀਤਾ। ਤੇ ਜੇ ਇੱਕ ਤਬਕਾ ਆਪਣੇ ਆਪ ਨੂੰ ਖੁਦਾ ਦੇ ਸਪੁਰਦ ਕੀਤੀ ਬੈਠਾ, ਤੁਹਾਨੂੰ ਤਕਲੀਫ ਕੀ ਹੈ ਉਹਦੇ 'ਚ? ਇਸ ਵਾਸਤੇ ਉਹਨਾਂ ਨੇ ਮਤਲਬ ਬਾਕੀ ਰਿਹਾ ਇਹ ਸਿਆਸੀ ਤੌਰ 'ਤੇ ਜੀ ਐਸਟੈਬਲਿਸ਼ਮੈਂਟ ਤੋਂ। ਕੱਲ੍ਹ ਇੱਥੇ ਇੱਕ ਦੋਸਤ ਦਾ ਫੋਨ ਆਇਆ ਅਮਰੀਕਾ ਤੋਂ, ਉਸ ਆਖਿਆ ਇਹ ਹੋਇਆ ਕੀ? ਮੈਂ ਕਿਹਾ ਹੋਇਆ ਇਹ ਵੇ, ਪੰਜਾਬੀ ਚਾਹੁੰਦੇ ਨੇ ਮੱਝ ਦੇ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ। ਇਹਨਾਂ ਨੇ ਸਨ 74 ਵਿੱਚ ਇਹ ਅਹਿਮਦੀਆਂ ਦੀ ਮੱਝ ਦੇ ਕੇ ਇਹ ਮੌਲਵੀਆਂ ਵਾਲੀ ਘੋੜੀ ਲੈ ਲਈ ਸੀ। ਉਦਣ ਦੇ ਇਸ ਮੱਝ ਦੇ ਦੁੱਧ ਤੋਂ ਵੀ ਗਏ, ਉਹਦੇ ਫੈਜ਼ ਰਸਾਨੀਆਂ ਤੋਂ ਵੀ ਮਹਿਰੂਮ ਹੋਏ, ਮੁਆਸ਼ਰੇ ਨੂੰ ਵੀ ਮਹਿਰੂਮ ਕੀਤਾ। ਤੇ ਇਸ ਘੋੜੀ ਦੀ ਲਿੱਦ ਸਾਫ਼ ਕਰਦਿਆਂ ਹੁਣ 46 ਸਾਲ ਹੋ ਗਏ ਨੇ। ਇਸ ਘੋੜੀ ਨੇ ਨਾ ਸਫ਼ਰ ਕਰਾਇਆ,
ਦੁਲੱਤੇ ਵੱਖਰੇ ਮਾਰਦੀ ਹੈ, ਜਦੋਂ ਦਿਲ ਕਰਦੇ ਅੜੀ ਕਰ ਖਲੋਂਦੀ ਹੈ, ਕਦੀ ਫੈਜ਼ਾਬਾਦ 'ਚ ਧਰਨਾ ਦੇ, ਕਦੀ ਕਿਸੇ ਪਾਸੇ ਜਲੂਸ ਕੱਢ, ਕਦੀ ਕਿਸੇ ਪਾਸੇ। ਔਰ ਮਤਲਬ ਹੈ ਕਿ ਸ਼ਰਮ ਦੀ ਐਸੀ ਗੱਲ ਹੈ ਕਿ ਆਈਨ ਦੇ ਵਿੱਚ ਬੰਦਾ ਕਮਲਾ ਆਂਦੇ ਨੇ, ਚਲੋ ਗੱਲ ਕਰੇ ਸਿਆਣਾ ਕਿਆਸ ਕਰ ਲੈਂਦਾ। ਆਈਨ ਦੀ ਦੂਸਰੀ ਤਰਮੀਮ ਅਹਿਮਦੀਆਂ ਵਾਲੀ, ਉਹਦੇ ਤੇ ਗੁਫ਼ਤਗੂ ਕਰਨ ਨਾਲ ਅਹਿਮਦੀ ਗੱਦਾਰ ਹੋ ਜਾਂਦੇ ਨੇ, ਮੁਲਕ ਦੇ ਵੀ ਤੇ ਆਈਨ ਦੇ ਵੀ ਤੇ ਇਸਲਾਮ ਦੇ ਵੀ। ਤੇ 18ਵੀਂ ਤਰਮੀਮ ਤੇ ਤੁਸੀਂ ਸਾਰੇ ਲੱਗੇ ਹੋ ਵੀ ਅਸਾਂ ਇਹਨੂੰ ਨਹੀਂ ਰੱਖਣਾ ਤੇ ਅਸਾਂ ਇੰਜ ਕਰਨਾ ਤੇ ਉਹ ਕਰਨਾ। ਜਿਹੜੀ ਤਰਮੀਮ ਤੇ ਤੁਹਾਡਾ ਦਿਲ ਕਰਦਾ ਤੁਸੀਂ ਗੱਲ ਕਰਦੇ ਹੋ। ਗੱਲ ਕਰਨ ਨਾਲ ਤੇ ਕੋਠੇ ਤੇ ਗਾਂ ਕੋਈ ਨਹੀਂ ਨਾ ਚੜ ਜਾਂਦੀ। ਬਾਕੀ ਆਈਨ ਨੇ ਜਿਤਨਾ ਮਤਲਬ ਹੈ ਅਮਨ ਪਸੰਦੀ ਹੈ, ਲੋਕਾਂ ਦੇ ਜਾਨ ਮਾਲ ਦਾ ਤਹਫੁਜ਼ ਹੈ, ਲੋਕਾਂ ਦੀ ਸਰਕਾਰੀ ਇਮਲਾਕ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਜ਼ਾਤੀ ਇਮਲਾਕ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਕਿਸੇ ਵਾਸਤੇ ਭੈੜਾ ਨਹੀਂ ਸੋਚਣਾ, ਕਿਸੇ ਵਾਸਤੇ ਖੂਹ ਨਹੀਂ ਕੱਢਣੇ, ਜਿੱਥੋਂ ਤੱਕ ਵਸ ਚੱਲੇ ਉਹਨਾਂ ਦਾ ਫਾਇਦਾ ਢੂੰਡਣਾ। ਇਹ ਸਾਰੇ ਕੰਮ ਉਹ ਕਰਦੇ ਨੇ ਵੀ ਆਈਨ ਦੇ ਵਿੱਚ ਕੋਈ ਨਹੀਂ ਆਉਂਦੇ ਪਏ ਸਾਰੇ। ਬਹਰਹਾਲ ਇਹ ਅੱਛਾ, ਫਿਰ ਬਾਅਦ ਦੋਸਤਾਂ ਦਾ ਮੁਤਾਲਬਾ, ਯਾਰ ਇਹ ਕਰਦੇ ਤੇ ਇੰਝ ਹੀ ਪਏ ਨੇ, ਤੁਸੀਂ ਆਪਣੇ ਪ੍ਰੋਗਰਾਮ 'ਚ ਇੰਝ ਦੀ ਗੱਲ ਨਾ ਕਰੋ ਤਾਂ ਕਿ ਇਹ ਸਾਰੇ ਦੋਸਤ ਇਹ ਪੰਜਾਬੀ ਪ੍ਰੋਗਰਾਮ ਦਾ ਜਿਹੜਾ ਨਾ ਇਹਦਾ ਹੋਰ ਹੀ ਫਾਰਮੇਟ ਹੈ, ਇਹਨੂੰ ਬਸ ਅਦਬੀ ਜਿਹਾ। ਤੇ ਗੱਲ ਇਹ ਵੇ ਭਾਈ ਜੀ, ਅੱਖਾਂ ਵੇਖ ਕੇ ਮੋਹਰਾ ਨਹੀਂ ਖਾਧਾ ਜਾਂਦਾ। ਸਵਾਲ ਇਹ ਵੇ ਕਿ ਅਗਰ ਕਿਸੇ ਮਰੀਜ਼ ਨੂੰ ਕੈਂਸਰ ਹੋਇਆ ਤੇ ਉਹਨੂੰ ਆਖੋ ਵੀ ਤੈਨੂੰ ਕੈਂਸਰ ਤੇ ਹੋਇਆ, ਪਰ ਇਹ ਲੈ ਤੂੰ ਲੂਡੋ ਖੇਡ ਲੈ ਜਾਂ ਆ ਤੇਰੇ ਨਾਲ ਤਾਸ਼ ਖੇਡੀਏ। ਮਰਦਾ ਪਿਆ, ਉਹਨੂੰ ਤਕਲੀਫ ਹੈ, ਉਹਦੀ ਜੈਨੂਅਨ ਮਸਲਾ ਹੈ, ਤੇ ਜਿਹੜਾ ਉਹਦਾ ਮਸਲਾ ਹੈ ਉਹਦੇ ਹੱਲ ਨਾਲ ਤੁਰੋ, ਉਹਦੇ ਨਾਲ ਰਲਦੀ ਮੁਲਦੀ ਗੱਲ ਤੁਹਾਨੂੰ ਕਰਨੀ ਪੈਣੀ ਹੈ। ਮੇਰਾ ਲੂਡੋ ਖੇਡਿਆ ਜਾਂ ਮਤਲਬ ਉੱਥੇ ਤਾਸ਼ ਦੀ ਬਾਜ਼ੀ ਲਾ ਲਈਏ ਤੇ ਕੈਂਸਰ ਦੀ ਤਕਲੀਫ ਨਹੀਂ ਦੂਰ ਹੋ ਜਾਣੀ। ਇਹ ਸੋਸ਼ਲ ਕੈਂਸਰ ਹੈ, ਸਮਾਜੀ ਤੌਰ ਤੇ ਇਹ ਚੀਜ਼ਾਂ ਸਾਡੀ ਮੈਂ ਤਾਂ ਚਲੋ ਹੋ ਗਿਆ ਜਿਵੇਂ ਇਹ ਗੱਲ ਕਰਦਾ। ਵਜਾਦ ਮਸੂਦ ਸਾਹਿਬ ਨੇ ਅਗਲੇ ਦਿਨ ਪੂਰਾ ਆਰਟੀਕਲ ਇਸੇ ਗੱਲ ਤੇ ਲਿਖਿਆ ਕਿ ਅਸਾਂ ਇਹਨੂੰ 40-50 ਸਾਲ 'ਚ ਸਨ 51 ਤੋਂ ਲੈ ਕੇ ਬੇੜਾ ਗਰਕ ਕੀਤਾ ਆਪਣੇ ਸੋਸ਼ਲ ਫਾਈਬਰ ਦਾ, ਆਪਣੀ ਸੋਚ ਦਾ, ਆਪਣੀ ਆਉਣ ਵਾਲੀਆਂ ਨਸਲਾਂ ਦਾ। ਉਹਨਾਂ ਨੂੰ ਵੀ ਆਖੋ ਨਾ, ਸਿਰਫ ਇਹ ਉਹਨਾਂ ਨਾਂ ਨਹੀਂ ਲਿਆ ਅਹਿਮਦੀਆਂ ਦਾ, ਲੇਕਿਨ ਉਸ ਅਗਲੇ ਦਿਨ ਇਦਾਰੀਆ ਲਿਖਿਆ ਪੂਰਾ ਉਹਨਾਂ ਦੇ ਐਡੀਟੋਰੀਅਲ ਮੁਜਾਹਿਦ ਸਾਹਿਬ ਨੇ, ਸੈयद ਮੁਜਾਹਿਦ ਸਾਹਿਬ ਨੇ ਪੂਰੇ ਗੱਲ ਕੀਤੀ। ਔਰ ਉਹ ਐਸਾ ਮਾਈਂਡ ਸੈਟ ਹੋ ਗਿਆ ਕਿ ਇੱਕ ਬੰਦੇ ਨੇ ਸ਼ਰੀਫਾਨਾ ਤੌਰ ਤੇ ਸਿਰਫ ਇੱਕ ਪਾਸੋਂ ਲੈ ਕੇ ਅਲਫ ਤੋਂ ਲੈ ਕੇ ਇਹ ਤੱਕ ਜੋ ਕਰਦੇ ਪਏ ਉਹ ਗੱਲ ਕਰ ਦਿੱਤੀ। ਪਹਿਲਾ ਕਮੈਂਟ ਮੈਂ ਉਹਦੇ ਤੇ ਪੜ੍ਹਿਆ ਤਾਂ ਉਸ ਆਖਿਆ ਭਾਈ ਤੂੰ ਸੈयद ਸੈਂ, ਤੂੰ ਬੜਾ ਉਹ ਯਾਰ ਸੈयद ਸੀ ਤੇ ਉਹਨੇ ਤੁਹਾਡੇ ਝੂਠ ਦੇ ਵਿੱਚ ਜ਼ਰੂਰ ਹਿੱਸਾ ਪਾਣਾ, ਉਹਨੇ ਸੱਚੀ ਗੱਲ ਕੀਤੀ। ਹੋਰ ਉਹਨੇ ਕਿਹੜੀ ਕੋਈ ਮਤਲਬ ਕਸੂਰ ਖਾ ਬੈਠੇ ਨੇ, ਖੁਦਾ ਨਾ ਖਾਸਤਾ, ਅੱਲਾ ਮਾਫ ਕਰੇ। ਗੱਲ ਬੰਦੇ ਕਰ ਹੀ ਲੈਂਦੇ ਨੇ, ਗੱਲਾਂ ਜਦੋਂ ਨਜ਼ਰ ਆਉਂਦੀ ਪਈ ਵੀ ਗੱਲ ਗਲਤ ਹੈ ਫਿਰ ਗਲਤ ਗੱਲ ਤੇ ਬੋਲਣਾ ਪਏਗਾ। ਔਰ ਇਹ ਜਿਨ੍ਹਾਂ ਨੇ ਕੌਮਾਂ ਬਣਾਈਆਂ ਨਾ ਉਹਨਾਂ ਸੱਚੀਆਂ ਕਰਕੇ ਕੌਮਾਂ ਬਣਾਈਆਂ ਨੇ। ਇਹ ਨਹੀਂ ਹੋ ਸਕਦਾ ਕਿ ਤੁਸੀਂ ਬਿਮਾਰੀ ਵਿੱਚ ਲੱਗੀ ਫਿਰੇ ਫੋੜਾ ਪੀਪ ਨਾਲ ਬਿਲਕੁਲ ਇੰਜ ਭਖਿਆ ਪਿਆ ਔਰ ਤਪਿਆ ਪਿਆ ਤੇ ਤੁਸੀਂ ਉਸ ਜਾਤਕ ਦਾ ਲਾਡ ਕਰਕੇ ਤੇ ਆਖੋ ਨਹੀਂ ਇਹਦੇ ਫੋੜੇ ਨੂੰ ਚੀਰਾ ਨਹੀਂ ਦੇਣਾ, ਵਿਚਾਰਾ ਰੋਵੇ ਦਾ। ਮੈਨੂੰ ਇੱਥੇ ਯਾਦ ਆਇਆ ਮੇਰੇ ਗੋਡੇ ਤੇ ਨਿੱਕੇ ਹੁੰਦੇ ਫੋੜਾ ਨਿਕਲ ਪਿਆ। ਮੈਂ ਆਪਣੇ ਦਾਦੇ ਦਾ ਚੋਖਾ ਲਾਡਲਾ ਸਾਂ, ਸਾਰੇ 21 22 2 ਪੋਤਰੇ ਚ ਮੇਰੇ ਨਾਲ ਜ਼ਿਆਦਾ ਪਿਆਰ ਸੀ ਉਹਨਾਂ ਦਾ। ਉਸ ਦਿਨ ਮੈਂ ਵੇਖਿਆ ਉਹਨਾਂ ਨਾਈ ਨੂੰ, ਜੱਲਾ ਨਾਈ ਸੀ, ਉਹਨੂੰ ਸੱਦ ਕੇ ਉਹਨਾਂ ਇੰਜ ਚੀਰਾ ਦਿੱਤਾ ਤੇ ਮੈਂ ਬਾਹ ਕਰਦਾ ਪਿਆ, ਮੀਆਂ ਰਹਿਮ ਕੋਈ ਨਹੀਂ ਆਇਆ। ਗੱਲ ਇਹ ਸੀ ਕਿ ਉਹਨਾਂ ਦੀ ਨਜ਼ਰ ਬਾਲਗ ਸੀ, ਉਹ ਜਾਣਦੇ ਸਨ ਕਿ ਇਸ ਪੀਪ ਨੂੰ ਜਦ ਤੱਕ ਚੀਰਾ ਨਾ ਦਿੱਤਾ ਜ਼ਖਮ ਠੀਕ ਕੋਈ ਨਹੀਂ ਹੋਣਾ, ਪੀਪ ਨਿਕਲਣੀ ਜ਼ਰੂਰੀ ਹੈ। ਪਾਕਿਸਤਾਨੀ ਮੁਆਸ਼ਰੇ ਦੇ ਵਿੱਚ ਇਹ ਜਿਹੜਾ ਜ਼ਹਿਰ ਭਰ ਗਿਆ, ਇਹ ਫੋੜਾ ਪੱਕਿਆ ਪਿਆ, ਇਹਨੂੰ ਚੀਰਾ ਦਿਓ। ਇਹਨੂੰ ਜਿੱਥੇ ਜਿੱਥੇ ਟੱਕਰਦੇ ਨੇ ਉਹਨਾਂ ਨੂੰ ਆਖੋ ਵੀ ਤੁਸੀਂ ਗੰਦ ਪੇ ਕਰਦੇ ਹੋ, ਸਾਡੇ ਨਾਲ ਵੀ ਜ਼ਿਆਦਤੀ ਪੇ ਕਰਦੇ ਹੋ। ਅਹਿਮਦੀਆਂ ਨਾਲ ਤਾਂ ਜਿਹੜੀ ਜ਼ਿਆਦਤੀ ਹੁੰਦੀ ਹੈ, ਲੇਕਿਨ ਅਸਲ ਵਿੱਚ ਤੁਸੀਂ ਆਪਣੇ ਸਮਾਜੀ ਜਿਹੜਾ ਤਾਣਾ ਬਾਣਾ ਨਾ, ਤਾਣਾ ਵੀ ਬੇੜਾ ਗਰਕ ਕੀਤੀ ਹੁੰਦੇ ਤੇ ਪੇਟੇ ਦੇ ਵੀ ਸਿਰੇ ਚੜੇ ਜਾਂਦੇ ਹੋ। ਇਹਨਾਂ ਨੂੰ ਆਪ ਡੱਕੋ ਔਰ ਗੱਲ ਕਰੋਗੇ ਤੇ ਡੱਕੋਗੇ ਨਾ। ਜੇ ਤੁਸੀਂ ਉੱਤੇ ਮਿੱਟੀ ਪਾਈ ਜੋ, ਹੁਣ ਮੈਂ ਅਗਲੇ ਦਿਨ ਵੇਖਿਆ ਉਹ ਆਪਣਾ NWF ਦੀ ਵਫਾਕੀ ਵਜ਼ੀਰ ਮੁਹੰਮਦ ਅਲੀ ਲੰਮੇ ਵਾਲਾਂ ਵਾਲੇ ਉਹ ਲੱਗੇ ਨੇ ਜੀ, ਮੈਂ ਖਤਮੇ ਨਬੂਵਤ, ਮੈਨੂੰ ਉਹਦਾ ਮੂੰਹ ਵੇਖ ਕੇ ਪਤਾ ਲੱਗਦਾ ਸੀ ਵੀ ਇਹਨੂੰ ਕੱਖ ਪਤਾ ਨਹੀਂ ਖਤਮੇ ਨਬੂਵਤ ਹੁੰਦੀ ਕੀ ਹੈ। ਤੇ ਜੇ ਗੱਲ ਕਰੀਏ ਤਾਂ ਆਖੋ ਤੇ ਤਬਲੀਗ ਹੁੰਦੀ ਪਈ, ਉਹ ਤਬਲੀਗ ਨਹੀਂ ਹੋ, ਅੱਲਾ ਦੇ ਉਹ ਬੰਦੇ ਹੋ, ਤੁਸੀਂ ਗੰਦ ਕੀਤਾ ਹੈ, ਅਸੀਂ ਉਹਨੂੰ ਸਫਾਈ ਪਾ ਕਰਨੇ ਆ ਸਿਰਫ। ਬਹਰਹਾਲ ਇਹ ਹੁਣ ਸਾਡੇ ਪ੍ਰੋਗਰਾਮ ਦਾ ਟਾਈਮ ਜਿਹੜਾ ਜੀ ਉਹਦਾ ਸਵਾਦ, ਉਹਦਾ ਅੱਧਾ ਹਿੱਸਾ ਤੇ ਇਸੇ ਗੱਲ 'ਚ ਹੀ ਲੱਗਾ ਗਿਆ। ਲੇਕਿਨ ਉਹ ਦਿਲ ਤੇ ਇਹਨਾਂ ਦਾ ਮੌਲਵੀਆਂ ਦਾ ਹੈ ਸੀ ਵੀ ਇਹ ਘੜੋਲੀ ਰਾਜ ਭੰਨ ਲਈਏ ਅਸੀਂ, ਕੋਈ ਬੰਦਾ ਇਹਨਾਂ ਦੇ ਗੱਲ ਨਾ ਕਰੇ। ਲੇਕਿਨ ਚਲੋ ਇਸ ਦੇ ਬਾਵਜੂਦ ਮੈਂ ਉਹ ਬੋਲੀਆਂ ਤੁਹਾਡੇ ਵਾਸਤੇ ਜਨਾਬ ਲੱਭ ਕੇ ਵੀ ਲਿਆਂਦੀਆਂ ਨੇ ਤੇ ਸਿਲੈਕਟ ਵੀ ਕੀਤੀਆਂ ਨੇ। ਉਹਨਾਂ 'ਚੋਂ ਸਾਰੀਆਂ ਤਾਂ ਜ਼ਾਹਿਰ ਨਹੀਂ ਪੜ੍ਹੀਆਂ ਜਾ ਸਕਦੀਆਂ, ਲੇਕਿਨ ਉਹ ਕਾਫੀ ਸਵਾਦੀ ਚੀਜ਼ ਹੈ। ਇਸ ਵਾਰੀ ਬੋਲੀਆਂ ਦੇ ਉੱਤੇ ਗੱਲ ਹੋ ਜਾਏ, ਅਗਲੀ ਵਾਰ ਵਾਸਤੇ ਮੈਂ ਸੁਲਤਾਨ ਮਹਿਮੂਦ ਔਰ ਸ਼ੁਫਤਾ ਸਾਹਿਬ ਦੀ ਇੱਕ ਨਜ਼ਮ ਅੱਜ ਹੀਰ ਵਿਆਹੀ ਗਈ ਹੈ, ਜ਼ਹਿਰ ਪਿਆਲਾ ਦੇ ਨਾਮ ਤੋਂ ਨਜ਼ਮ, ਉਹਨਾਂ ਦੀ ਕਾਫੀ ਮਸ਼ਹੂਰ, ਉਹ ਵੀ ਲੱਭ ਕੇ ਰੱਖੀ। ਅਗਲੀ ਵਾਰੀ ਉਹ ਹੋ ਜਾਏਗੀ। ਫਿਲਹਾਲ ਬੋਲੀਆਂ ਸਿਲੈਕਟ ਕੀਤੀਆਂ ਨੇ ਕੁਛ, ਇਹਨਾਂ 'ਚੋਂ ਨਸੀਰ ਖਾਨ ਬਲੋਚ ਸਾਹਿਬ ਨੇ ਉਹਨਾਂ ਦੀਆਂ ਪਹਿਲੇ ਹਿੱਸੇ 'ਚ ਉਹਨਾਂ ਦੀਆਂ ਨੇ, ਫਿਰ ਨਾਸਰ ਖਾਨ ਸਾਹਿਬ ਦੀ, ਫਿਰ ਉਸ ਤੋਂ ਬਾਅਦ ਕਮਲ ਉਜ਼ਮਾਨ ਸਾਹਿਬ ਸਾਡੇ ਦੋਸਤ ਨੇ ਉਹਨਾਂ ਦੀਆਂ ਨੇ। ਤੇ
ਵੇਖੋ ਜੇ ਪੜ੍ਹ ਕੇ ਤੁਹਾਨੂੰ ਸੁਣਾ ਦੇਣਾ ਜੇ ਪਸੰਦ ਆ ਜਾਣ ਤਾਂ ਬੜੀ ਗੱਲ ਹੈ। ਬਹਰਹਾਲ ਇਹ ਬੋਲੀਆਂ ਦੇ ਵਿੱਚ ਗੱਲਾਂ ਮਿੱਠੇ ਮਿੱਠੇ ਤਰੀਕੇ ਨਾਲ ਚੋਖੀਆਂ ਗੱਲਾਂ ਬੰਦੇ ਕਰ ਜਾਂਦੇ ਨੇ, ਆਪਣੀਆਂ ਅੰਦਰ ਦੀਆਂ ਵੀ ਕਰ ਜਾਂਦੇ ਨੇ, ਦੁਨੀਆਦਾਰੀ ਦੀਆਂ ਵੀ ਹੋ ਜਾਂਦੀਆਂ ਨੇ, ਸਿਆਸਤ ਦੀਆਂ ਵੀ ਹੋ ਜਾਂਦੀਆਂ ਨੇ। ਕਿ ਤੈਨੂੰ ਕੋਠੇ ਉੱਤੇ ਚੜ੍ਹ ਕੇ ਮੈਂ ਵਹਿੰਦਾ ਜੇ ਛੱਤ ਮੇਰਾ ਭਾਰ ਝੱਲਦੀ, ਤੈਨੂੰ ਕੋਠੇ ਉੱਤੇ ਚੜ੍ਹ ਕੇ ਵਹਿੰਦਾ ਜੇ ਛੱਤ ਮੇਰਾ ਭਾਰ ਝੱਲਦੀ, ਅਸਾਂ ਅੱਖੀਆਂ ਨੂੰ ਭਰ ਲੈ ਤਰੋਪੇ ਤੇ ਪਤਣਾ ਤੂੰ ਯਾਰ ਟੋਰ ਕੇ। ਅਸਾਂ ਅੱਖੀਆਂ ਨੂੰ ਭਰ ਲੈ ਤਰੋਪੇ ਤੇ ਪਤਣਾ ਤੂੰ ਯਾਰ ਟੋਰ ਕੇ, ਕਦੀ ਤੇਲ ਵਿੱਚ ਤਲੇ ਨਹੀਂ ਪਕੌੜੇ ਵਿਛੋੜਿਆਂ ਦੀ ਗੱਲ ਕਰਨਾ। ਇਹ ਹੁਣ ਇੱਕ ਤੰਜ਼ ਦਾ ਅੰਦਾਜ਼ ਹੈ ਔਰ ਚੰਗੀ ਕੌੜ ਨਾਲ ਆਖਿਆ ਨੇ, ਕਦੀ ਤੇਲ ਵਿੱਚ ਤਲੇ ਨਹੀਂ ਪਕੌੜੇ ਵਿਛੋੜਿਆਂ ਦੀ ਗੱਲ ਕਰਨਾ, ਤੇ ਜਦੋਂ ਮਿੱਟੀ ਦੀਆਂ ਰੋਟੀਆਂ ਪਕਾਈਆਂ ਤੇ ਬਾਲਾਂ ਮੇਰੇ ਪੈਰ ਫੜ ਲਏ। ਇਹ ਜੇ ਭੁੱਖ ਜਿਹੜੀ ਉਹਨਾਂ ਨੇ ਕਿਸ ਤਰ੍ਹਾਂ ਇਹਨੂੰ ਪੇਂਟ ਕੀਤਾ ਇੱਕ ਦੋ ਲਾਈਨਾਂ ਦੀ ਬੋਲੀ 'ਚ, ਕਿ ਜਦੋਂ ਮਿੱਟੀ ਦੀਆਂ ਰੋਟੀਆਂ ਪਕਾਈਆਂ ਤੇ ਬਾਲਾਂ ਮੇਰੇ ਪੈਰ ਫੜ ਲਏ, ਤੇ ਪੁੱਠਾ ਟੰਗ ਕੇ ਤੇ ਮੇਰੇ ਕੋਲੋਂ ਪੁੱਛਦਾ ਤੂੰ ਸਿੱਧੀ ਗੱਲ ਕਿਉਂ ਨਹੀਂ ਕਰਦਾ। ਇਹ ਉਹ ਅਲਮੀਆਂ ਵੀ ਹੈ ਜੇ ਕਿ ਯਾਨੀ ਸਾਡਾ ਉਹਦੇ 'ਚ ਕਸੂਰ ਹੀ ਕੋਈ ਨਹੀਂ, ਸਾਨੂੰ ਪਤਾ ਹੀ ਕੋਈ ਨਹੀਂ, ਤੇ ਉਹ ਪੁੱਠਾ ਟੰਗ ਕੇ ਤੇ ਮੇਰੇ ਕੋਲੋਂ ਪੁੱਛਦਾ ਤੂੰ ਸਿੱਧੀ ਗੱਲ ਕਿਉਂ ਨਹੀਂ ਕਰਦਾ। ਨਸੀਬ ਬਲੋਚ ਸਾਹਿਬ ਦੀਆਂ ਇਹਨਾਂ ਬੋਲੀਆਂ ਤੋਂ ਬਾਅਦ ਦੇਵੇ ਕਿ ਨੀ ਉਹ ਯਾਰ ਨਮਾਜ਼ਾਂ ਵਰਗਾ ਮੈਂ 8 ਵੇਲੇ ਰਵਾਂ ਪੜ੍ਹਦੀ, ਉਹਦੇ ਬਾਅਦ ਨਾ ਲੰਘਦੀ ਬੁਰਕੀ ਤੇ ਖਸਮਾਂ ਨੂੰ ਖਾਣ ਰੋਟੀਆਂ। ਜਿਹੜਾ ਯਾਰ ਦੀ ਗਲੀ ਦੇ ਵਿੱਚੋਂ ਲੰਘਦਾ ਉਹ ਪੂਰਾ ਪਿਛਾਂ ਕਦੋਂ ਮੁੜਦਾ। ਇਹ ਗੱਲ ਵੀ ਹਕੀਕਤ ਹੈ, ਮਤਲਬ ਹੁਣ ਤੁਹਾਨੂੰ ਵਿੱਚ ਨਾ ਬਾਜ਼ ਚੀਜ਼ਾਂ ਹੁੰਦੀਆਂ ਨੇ, ਪੰਜਾਬੀ 'ਚ ਵੀ ਹੋਈਆਂ ਨੇ, ਉਰਦੂ 'ਚ ਵੀ ਹੋਈਆਂ ਨੇ, ਕਿ ਇਹਨਾਂ ਲਿਖਿਆ ਜਿਹੜਾ ਯਾਰ ਦੀ ਗਲੀ ਦੇ ਵਿੱਚੋਂ ਲੰਘਦਾ ਉਹ ਪੂਰਾ ਪਿਛਾਂ ਕਦੋਂ ਮੁੜਦਾ। ਤੇ ਸਾਕਿਬ ਜ਼ੀਰਵੀ ਸਾਹਿਬ ਦੀ ਮੇਰੇ ਬਹੁਤ ਬਚਪਨ 'ਚ ਇੱਕ ਨਜ਼ਮ ਮੈਂ ਸੁਣੀ ਸੀ ਉੱਥੇ ਰੱਬਾ, ਤੇ ਉਹਨਾਂ ਨੇ ਉਹਦੇ 'ਚ ਸ਼ੇਰ ਸੀ ਕਿ ਅਬ ਆਏ ਜੋ ਯਾਰ ਕੀ महफिल में जान रख के हथेली पर आए, इस राह पे हर सू पैरा है कम फहमों का नादानों का। ਉਹ ਜਿਹੜਾ ਯਾਰ ਦੀ ਗਲੀ ਦੇ ਵਿੱਚੋਂ ਲੰਘਦਾ ਉਹ ਪੂਰਾ ਪਿਛਾਂ ਕਦੋਂ ਮੁੜਦਾ। ਨੀ ਮੈਂ ਵਣ ਹੇਠ ਉੱਗੀ ਹੋਈ ਟਾਹਲੀ ਤੇ ਲੋਕੀ ਮੈਨੂੰ ਧੀ ਆਖਦੇ। ਇਹ ਜਿਹੜਾ ਇਸ ਵਕਤ ਜੈਂਡਰ ਡਿਸਕ੍ਰਿਮੀਨੇਸ਼ਨ ਦੀ ਗੱਲ ਹੈ ਕਿ ਵਣਾਂ ਦੇ ਥੱਲੇ ਉੱਗੀ ਟਾਹਲੀ, ਨੀ ਮੈਂ ਵਣ ਹੇਠ ਉੱਗੀ ਹੋਈ ਟਾਹਲੀ ਤੇ ਲੋਕੀ ਮੈਨੂੰ ਧੀ ਆਖਦੇ। ਇਹ ਰਾਏ ਮੁਹੰਮਦ ਨਾਸਿਰ ਖਾਨ ਸਾਹਿਬ ਨੇ ਬਹੁਤ ਅਛੂਤੇ ਮੌਜ਼ੂਆਤ ਦੇ ਉੱਤੇ ਗੱਲ ਕੀਤੀ। ਕਮਰ ਜ਼ਮਾਨ ਸਾਹਿਬ ਸਾਡੇ ਦੋਸਤ, ਉਹਨਾਂ ਦਾ ਵੀ ਇੱਕ ਆਪਣਾ ਸਟਾਈਲ ਹੈ, ਜਿਸ ਤਰ੍ਹਾਂ ਕਿਸ ਤਰ੍ਹਾਂ ਵਾਲਾ ਸਿਆਲਕੋਟ ਵਾਲਾ ਲਹਿਜਾ, ਲੇਕਿਨ ਕਮਾਲ ਕਿ ਖੁੱਲੀ ਰਹਿ ਗਈ ਅੱਖ ਦੀ ਬਾਰੀ ਤੇ ਵੇਖ ਸਾਡੀ ਰਾਹ ਤੱਕਣੀ, ਖੁੱਲੀ ਰਹਿ ਗਈ ਅੱਖ ਦੀ ਬਾਰੀ ਤੇ ਵੇਖ ਸਾਡੀ ਰਾਹ ਤੱਕਣੀ, ਵੇ ਮੈਂ ਭੋਏ ਉੱਤੇ ਡੁੱਲੀ ਹੋਈ ਮਿਸਰੀ ਤੇ ਲੈ ਜਾ ਮੇਰਾ ਰੁੱਗ ਭਰ ਕੇ। ਵਾਹ। ਤੇ ਅਸਾਂ ਕਾਠ ਦੇ ਊਠ ਬਣਾਏ ਤੇ ਭਾਰ ਸਾਰੇ ਆਪ ਚੁੱਕ ਲਏ, ਤੇ ਕਹਾਣੀ ਮੁੱਕ ਗਈ ਹੈ ਬੰਦਿਆ ਤੇਰੀ ਤੇ ਜੰਮਦੇ ਨੇ ਸਾਹ ਲੈ ਲਿਆ। ਇਹਨਾਂ ਨੇ ਫਿਰ ਦੋ ਵਿੱਚ ਅਦਬੀ ਔਰ ਸਿਆਸੀ ਬੋਲੀਆਂ ਵੀ ਸਨ ਕਿ ਅਦਬੀ 'ਚ ਅਜੀਬ ਇਮੇਜਰੀ ਹੈ ਕਿ ਉਹ ਪਿਛਲੀ ਵਾਰੀ ਮੈਂ ਸੁਣਾਈ ਸੀ ਕਿ ਗੋਰੀ ਖਿੱਚ ਕੇ ਪਰਾਂਦੇ ਵਿੱਚੋਂ ਧਾਗਾ ਤੇ ਰਾਤ ਨਾਲ ਵੈਰ ਪਾ ਲਿਆ, ਤੇ ਰਾਹ ਡੱਕ ਲੈ ਬਲੌਰੀ ਬਰਫਾਂ ਤੇ ਫਿਰ ਮੇਰੀ ਅੱਖ ਟੁਰ ਪਈ। ਤੇ ਆਖਰ ਤੇ ਫਿਰ ਉਸ ਜ਼ਮਾਨੇ ਜਦੋਂ ਇਹਨਾਂ ਲਿਖੀਆਂ ਸਨ ਉਦੋਂ ਮੈਟਰੋ ਚੱਲਦੀ ਸੀ ਪਿਸ਼ਬਾਜ਼ ਸ਼ਰੀਫ ਦੀ, ਤੇ ਆਂਦੇ ਨੇ ਕਿ ਪੰਧ ਮੁੱਕਦਾ ਨਜ਼ਰ ਨਹੀਂ ਆਉਂਦਾ ਵੇ ਮੈਟਰੋ ਚਲਾਉਣ ਵਾਲਿਆ। ਇਹ ਕਮਰ ਜ਼ਮਾਨ ਸਾਹਿਬ ਦੀਆਂ ਸਨ ਬੋਲੀਆਂ ਜੀ। ਅਗਲੀ ਵਾਰੀ ਸੁਲਤਾਨ ਮਹਿਮੂਦ ਆਸ਼ੁਫਤਾ ਸਾਹਿਬ ਦੀ ਨਜ਼ਮ ਔਰ ਜਿਹੜੇ ਵੀ ਉਸ ਵਕਤ ਹਾਲਾਤ ਹੋਏ ਉਹਨਾਂ ਦੇ ਮੁਤਾਬਿਕ ਉਹ ਸਾਰਾ ਕੁਝ ਲੈ ਕੇ ਤੇ ਹਾਜ਼ਰ ਹੋ ਜਾਵਾਂਗੇ। ਬਾਕੀ ਰਾਜ਼ੀ ਰਵੇ ਜੇ ਇਹ ਜਿਸ ਵੇਲੇ ਹਰ ਪਾਸੇ ਭਾਂਬੜ ਮੱਚਿਆ ਹੋਵੇ ਮਾੜੀ ਮੋੜੀ ਗੱਲ ਕਰਨੀ ਪੈਂਦੀ ਹੈ, ਉਹਦੇ 'ਚ ਕੋਈ ਨਹੀਂ ਐਡਾ ਮਤਲਬ ਕਿ ਸਾਨੂੰ ਬੁਗਜ਼ ਕੋਈ ਨਹੀਂ, ਕੋਈ ਕਿਸੇ ਨਾਲ ਅਣਪੌਤ ਨਹੀਂ ਹੈ, ਲੇਕਿਨ ਹੁਣ ਜੋ ਹੁੰਦਾ ਪਿਆ ਉਹਦੇ ਤੋਂ ਮਤਲਬ ਕਿ ਹੁਣ ਸਿਰ ਰੇਤ 'ਚ ਵੀ ਤਾਂ ਨਹੀਂ ਤੁੰਨਿਆ ਜਾ ਸਕਦਾ। ਅੱਲਾਹ ਤਾਲਾ ਸਾਰਿਆਂ ਨੂੰ ਆਪਣੀ ਹਿਫਜ਼ੋ ਅਮਾਨ 'ਚ ਰੱਖੇ, ਮੁਹੱਬਤ ਨੂੰ ਆਮ ਕਰੇ ਸਾਡੇ ਮੁਲਕ 'ਚ। ਫੀ ਅਮਾਨ ਅੱਲਾ ਪਾਕਿਸਤਾਨ। ਅਗਲੇ ਪ੍ਰੋਗਰਾਮ ਵਿੱਚ ਫਿਰ ਇਨਸ਼ਾਅੱਲਾ ਮੁਲਾਕਾਤ ਹੋਏਗੀ। अस्सलाम वालेकुम।